सत श्री अकाल प्यारे विद्यार्थियों, अज असी करांगे साडी जो 10वीं क्लास की बुक है वन्नगी उसका एकांगी भाग जो कि एकांगी है दूजा विआह, उसके 50 तो 60 शब्दों वाले प्रश्न उत्तर। साडा पहला प्रश्न है, संत सिंह सेखों की नाटक कला नाल संखेप जान पछाण कराओ। उत्तर, संत सिंह सेखों पंजाबी का एक बौद्धिक नाटककार है। उसने विशेष तौर पर इतिहासिक ते मिथिहासिक विषयां या घटनावां ते नाटक लिखे हैं ਅਤੇ ਇਹਨਾਂ ਦੇ ਨਵੇਂ ਅਰਥ ਸਥਾਪਿਤ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਉਸ ਦੇ ਨਾਟਕਾਂ ਵਿੱਚ ਬੌਧਿਕਤਾ ਦਾ ਪ੍ਰਭਾਵ ਸਪਸ਼ਟ ਨਜ਼ਰ ਆਉਂਦਾ ਹੈ। ਉਸਨੇ ਪੰਜਾਬੀ ਨਾਟਕ ਨੂੰ ਗੰਭੀਰਤਾ ਪ੍ਰਦਾਨ ਕਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਉਸ ਦੇ ਨਾਟਕ ਖੇਡੇ ਘੱਟ ਅਤੇ ਪੜ੍ਹੇ ਜ਼ਿਆਦਾ ਜਾਂਦੇ ਹਨ। ਨਾਟਕ ਦੀਆਂ ਸੀਮਾਵਾਂ ਨੂੰ ਪਾਰ ਕਰ ਜਾਣ ਕਾਰਨ ਉਸ ਦੇ ਨਾਟਕ ਰੰਗਮੰਚ 'ਤੇ ਬਹੁਤ ਸਫਲ ਨਹੀਂ ਹੁੰਦੇ। ਸੇਖੋਂ ਦੇ ਪੂਰੇ ਨਾਟਕਾਂ ਨਾਲੋਂ उसदे जो एकांगी है वह रंगमंच के वधेरे सफल है। उसकी एकांगी रंगमंच से ज़्यादा खेली गई है जबकि नाटक सिर्फ पढ़े गए हैं। अगला प्रश्न है साडा, दूजा विआह एकांगी के विषय या समस्या बारे अपने विचार प्रगटाओ। उत्तर, संत सिंह सेखों के एकांगी दूजा विआह का विषय नूं सੱਸ ਦੇ समाजिक रिश्ते विचले झगड़े और इस रिश्ते दीआं उलझनां नूं प्रगटाउण नाल संबंधित है। एकांगीकार ने इस रिश्ते दीआं उलझनां दा हल भी सुलझाया है। वो भावें सੱਸ निहाल कौर नूं कसूरवार समझदा है पर नाल ही ये भी दसना चाहुंदा है कि जेकर नूं सियाणप तो काम लवे तां वो सੱਸ दीआं ਵਧੀਕੀਆਂ ते काबू पा सकदी है ते घर दा माहौल भी सुखावां हो सकदा है। मनजीत इसे तरह की भूमिका निभाउंदी है। इस एकांगी विच दूजे विआह की समस्या नूं भी प्रगटाया गया है। इस समस्या नूं पेश करके पुरानी और नवी पीढ़ी के विचारों को भी पेश किया गया तो निहाल कौर नूं अपनी गलती मननी पैंदी है। प्रश्न नंबर 3, दूजा विआह एकांगी विच पेश होई दूजे विआह की समस्या बारे विचार पेश करो। उत्तर, दूजा विआह संत सिंह सेखों की एक महत्वपूर्ण एकांगी है जिस विच दूजे विआह की समस्या नूं विग्यानिक पद्धर ते प्रगटाया गया है ਅਤੇ ਸੇਖੋਂ ਨੇ ਜਾਗੀਰਦਾਰੀ ਪ੍ਰਬੰਧ ਦੇ ਸਮੇਂ ਤੋਂ ਚੱਲੀ ਆ ਰਹੀ ਦੂਜੇ ਵਿਆਹ ਦੀ ਸਮੱਸਿਆ ਨੂੰ ਨਜਿੱਠਣ ਦਾ ਸਫਲ ਯਤਨ ਕੀਤਾ ਹੈ। ਨਿਹਾਲ ਕੌਰ ਮਨਜੀਤ ਨੂੰ ਦੂਜੇ ਵਿਆਹ ਦੇ ਡਰਾਵੇ ਦਿੰਦੀ ਹੈ ਪਰ ਮਨਜੀਤ ਤੇ ਸੁਖਦੇਵ ਬੜੀ ਸੂਝ-ਬੂਝ ਨਾਲ ਸਿਆਣਪ ਨਾਲ ਆਪਣੀ ਮਾਂ ਨੂੰ ਸਮਝਾ ਲੈਂਦੇ ਹਨ ਜਾਂ ਮਨਾ ਲੈਂਦੇ ਹਨ। ਮਨਜੀਤ ਬਲਵੰਤ ਸਿੰਘ ਨੂੰ ਵੀ ਇਸਤਰੀ ਸਭਾ ਦੀ ਮਦਦ ਨਾਲ ਸਿੱਧੇ ਰਾਹ 'ਤੇ ਲਿਆਉਣਾ ਚਾਹੁੰਦੀ ਹੈ। ਇਸ ਤਰ੍ਹਾਂ ਦੂਜਾ ਵਿਆਹ ਇਕਾਂਗੀ ਵਿੱਚ ਦੂਜੇ ਵਿਆਹ ਦੀ ਸਮੱਸਿਆ ਅਤੇ ਉਸ ਦੇ ਹੱਲ ਨੂੰ ਬੜੀ ਸਰਲਤਾ ਨਾਲ ਪ੍ਰਗਟਾਇਆ ਗਿਆ ਹੈ। ਇਹ ਸਿੱਖਿਆ ਦਿੱਤੀ ਗਈ ਹੈ ਕਿ ਸਮੇਂ ਨਾਲ ਬਦਲਣਾ ਬਹੁਤ ਜ਼ਰੂਰੀ ਹੈ। ਅਗਲਾ ਪ੍ਰਸ਼ਨ ਹੈ, ਕੀ ਦੂਜਾ ਵਿਆਹ ਇਕਾਂਗੀ ਦੇ ਇਸ ਸਿਰਲੇਖ ਨੂੰ ਢੁਕਵਾਂ ਤੇ ਸਫਲ ਕਿਹਾ ਜਾ ਸਕਦਾ ਹੈ? ਉੱਤਰ, ਦੂਜਾ ਵਿਆਹ ਇਕਾਂਗੀ ਵਿੱਚ ਦੂਜੇ ਵਿਆਹ ਦੀ ਸਮੱਸਿਆ ਨੂੰ ਵੀ ਪ੍ਰਗਟਾਇਆ ਗਿਆ ਹੈ। ਸਾਰੇ ਇਕਾਂਗੀ ਵਿੱਚ ਵਾਰ-ਵਾਰ ਦੂਜੇ ਵਿਆਹ ਦਾ ਜ਼ਿਕਰ ਹੁੰਦਾ ਹੈ। ਮਨਜੀਤ ਨੂੰ ਦੂਜੇ ਵਿਆਹ ਦਾ ਡਰ ਦਿੱਤਾ ਜਾਂਦਾ ਹੈ। ਸੁਖਦੇਵ ਮਜ਼ਾਕ ਵਿੱਚ ਦੂਜੇ ਵਿਆਹ ਦੀਆਂ ਗੱਲਾਂ ਕਰਦਾ ਹੈ। ਸੁਖਦੇਵ ਦਾ ਜੋ ਬਾਪੂ ਹੈ ਸੁਖਦੇਵ ਦੀ ਮਾਂ ਨੂੰ ਦੂਜੇ ਵਿਆਹ ਦੀਆਂ ਧਮਕੀਆਂ ਦਿੰਦਾ ਰਿਹਾ ਅਤੇ ਉਹ ਤਾਂ ਦੂਜਾ ਵਿਆਹ ਕਰਵਾ ਵੀ ਲੈਂਦਾ ਹੈ। ਸੁਖਦੇਵ ਦੀ ਭੈਣ ਦੀ ਚਿੱਠੀ ਵਿੱਚ ਵੀ ਬਲਵੰਤ ਸਿੰਘ ਦੂਜੇ ਵਿਆਹ ਦੀ ਗੱਲ ਕਰਦਾ ਹੈ। ਇਸ ਤਰ੍ਹਾਂ ਇਸ ਇਕਾਂਗੀ ਦਾ ਸਿਰਲੇਖ ਢੁਕਵਾਂ ਤੇ ਸਫਲ ਕਿਹਾ ਜਾ ਸਕਦਾ ਹੈ। ਪ੍ਰਸ਼ਨ ਨੰਬਰ 5, ਮਨਜੀਤ ਨੇ ਕਦੋਂ ਤੋਂ ਆਪਣੇ ਪਤੀ ਦਾ ਨਾਂ ਲੈਣਾ ਸ਼ੁਰੂ ਕੀਤਾ ਸੀ? ਜਿਵੇਂ ਇਕਾਂਗੀ ਵਿੱਚ ਦੱਸਿਆ ਗਿਆ ਨਾ, ਜਦੋਂ ਮਨਜੀਤ ਉਸ ਨਾਲ ਛਾਉਣੀ ਰਹਿਣ ਗਈ ਸੀ ਤਾਂ ਉਦੋਂ ਉਸਨੇ ਉਸਦੇ ਆਪਣੇ ਪਤੀ ਦਾ ਨਾਮ ਲੈਣਾ ਸ਼ੁਰੂ ਕੀਤਾ ਸੀ ਮਨਜੀਤ ਦਾ। ਜਦੋਂ ਮਨਜੀਤ ਨਿਹਾਲ ਕੌਰ ਦੇ ਸਾਹਮਣੇ ਆਪਣੇ ਪਤੀ ਸੁਖਦੇਵ ਦਾ ਨਾਂ ਲੈਂਦੀ ਹੈ ਤਾਂ ਨਿਹਾਲ ਕੌਰ ਉਸ ਨੂੰ ਪੁੱਛਦੀ ਹੈ ਕਿ ਉਸਨੇ ਉਸਦੇ ਮੁੰਡੇ ਦਾ ਨਾਂ ਕਦ ਤੋਂ ਲੈਣਾ ਸ਼ੁਰੂ ਕੀਤਾ ਹੈ। ਮਨਜੀਤ ਦੱਸਦੀ ਹੈ ਕਿ ਪਿਛਲੀ ਵਾਰ ਜਦੋਂ ਉਹ ਛਾਉਣੀ ਰਹੇ ਤਾਂ ਸੁਖਦੇਵ ਨੇ ਆਪ ਹੀ ਨਾਂ ਲਾ ਲਿਆ। ਮਨਜੀਤ ਨਿਹਾਲ ਕੌਰ ਨੂੰ ਕਹਿੰਦੀ ਹੈ ਕਿ ਉਹ ਉਹਨਾਂ ਦੇ ਸਾਹਮਣੇ ਆਪਣੇ ਪਤੀ ਦਾ ਨਾਂ ਨਹੀਂ ਸੀ ਲੈਣਾ ਪਰ ਉਹ ਮੂੰਹ 'ਤੇ ਚੜ੍ਹਿਆ ਹੋਣ ਕਾਰਨ ਲਿਆ ਗਿਆ। ਅੱਗੇ ਪ੍ਰਸ਼ਨ ਹੈ, ਮਨਜੀਤ ਸੁਖਦੇਵ ਨੂੰ ਇਸਤਰੀ ਸਭਾ ਬਾਰੇ ਕੀ ਜਾਣਕਾਰੀ ਦਿੰਦੀ ਹੈ? ਉੱਤਰ, ਮਨਜੀਤ ਸੁਖਦੇਵ ਨੂੰ ਦੱਸਦੀ ਹੈ ਕਿ ਉਹਨਾਂ ਨੇ ਲੋਕ ਇਸਤਰੀ ਸਭਾ ਬਣਾਈ ਹੈ ਜਿਸ ਦੀਆਂ ਜ਼ਿਲ੍ਹੇ ਅਤੇ ਪਿੰਡ ਵਿੱਚ ਸ਼ਾਖਾਵਾਂ ਬਣ ਰਹੀਆਂ ਹਨ। ਉਹ ਦੱਸਦੀ ਹੈ ਕਿ ਪੰਜਾਬ ਦੀ ਇਸਤਰੀ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਣ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਜਥੇਬੰਦ ਹੋ ਰਹੀ ਹੈ, ਇਕੱਠੀ ਹੋ ਰਹੀ ਹੈ। ਉਹ ਜਾਣਦੀ ਹੈ ਕਿ ਭੈਣ ਜੀ ਦੇ ਪਿੰਡ ਕੋਲ ਵੀ ਇਸਤਰੀ ਸਭਾ ਦੀ ਸ਼ਾਖਾ ਹੈ। ਉਹ ਕਹਿੰਦੀ ਹੈ ਕਿ ਸਭਾ ਬਲਵੰਤ ਸਿੰਘ ਨੂੰ ਸਿੱਧੇ ਰਾਹ 'ਤੇ ਲੈ ਆਵੇਗੀ। ਪ੍ਰਸ਼ਨ ਨੰਬਰ 7,
ਮਨਜੀਤ ਵੱਲੋਂ ਆਪਣੇ ਪਤੀ ਸੁਖਦੇਵ ਦਾ ਨਾਂ ਲੈਣ ਸੰਬੰਧੀ ਨਿਹਾਲ ਕੌਰ ਤੇ ਸੁਖਦੇਵ ਦੇ ਵਿਚਾਰਾਂ ਬਾਰੇ ਜਾਣਕਾਰੀ ਦਿਓ। ਉੱਤਰ, ਨਿਹਾਲ ਕੌਰ ਚਾਹੁੰਦੀ ਹੈ ਕਿ ਮਨਜੀਤ ਆਪਣੇ ਪਤੀ ਦਾ ਨਾਂ ਨਾ ਲਵੇ, ਪਰ ਇਸ ਸੰਬੰਧੀ ਸੁਖਦੇਵ ਦੇ ਵਿਚਾਰ ਅਲੱਗ ਹਨ। ਉਹ ਕਹਿੰਦਾ ਹੈ ਕਿ ਪਤਨੀ ਵੱਲੋਂ ਪਤੀ ਦਾ ਨਾਂ ਲੈਣ ਵਿੱਚ ਕੋਈ ਔਗੁਣ ਨਹੀਂ ਹੈ। ਉਹ ਕਹਿੰਦਾ ਹੈ ਕਿ ਤੀਵੀਂ ਆਪਣੇ ਘਰ ਵਾਲੇ ਨੂੰ ਸਰਦਾਰ ਜੀ ਕਹਿੰਦੀ ਚੰਗੀ ਨਹੀਂ ਲੱਗਦੀ। ਜੇਕਰ ਉਹ ਅਜਿਹਾ ਕਰੇਗੀ ਤਾਂ ਉਸਨੂੰ ਵੀ ਉਸਨੂੰ ਸਰਦਾਰਨੀ ਕਹਿ ਕੇ ਬੁਲਾਉਣਾ ਪਏਗਾ। ਸੁਖਦੇਵ ਆਪਣੇ ਮਿੱਤਰ ਸੋਹਣ ਸਿੰਘ ਦਾ ਹਵਾਲਾ ਦਿੰਦਾ ਹੋਇਆ ਦੱਸਦਾ ਹੈ ਕਿ ਉਹ ਆਪਣੀ ਪਤਨੀ ਨੂੰ ਸਰਦਾਰਨੀ ਜੀ ਕਹਿੰਦਾ ਹੈ ਤਾਂ ਉਹਨਾਂ ਨੂੰ ਹਾਸਾ ਆਉਂਦਾ ਹੈ। ਨਿਹਾਲ ਕੌਰ ਕਹਿੰਦੀ ਹੈ ਕਿ ਜੇਕਰ ਅਜਿਹਾ ਹੀ ਹੈ ਤਾਂ ਫਿਰ ਤਾਂ ਉਹ ਆਪਣੇ ਪਤੀ ਦਾ ਨਾਂ ਲੈ ਲਿਆ ਕਰੇਗੀ। ਜਦ ਮਨਜੀਤ ਮੁੜ ਆਪਣੇ ਪਤੀ ਦਾ ਨਾਂ ਲੈਂਦੀ ਹੈ ਤਾਂ ਨਿਹਾਲ ਕੌਰ ਗੁੱਸੇ ਵਿੱਚ ਮਨਜੀਤ ਨੂੰ ਮੂੰਹ ਸੰਭਾਲ ਕੇ ਬੋਲਣ ਲਈ ਕਹਿੰਦੀ ਹੈ ਤੇ ਆਖਦੀ ਹੈ ਕਿ ਉਸਨੇ ਮਨਜੀਤ ਨੂੰ ਸੁਖਦੇਵ ਦਾ ਨਾਂ ਨਹੀਂ ਲੈਣ ਦੇਣਾ, ਪਰ ਦੂਜੇ ਪਾਸੇ ਸੁਖਦੇਵ ਵੀ ਸਰਦਾਰ ਜੀ ਅਖਵਾਉਣ ਦੇ ਹੱਕ ਵਿੱਚ ਨਹੀਂ। ਮਨਜੀਤ ਮਜ਼ਾਕ ਵਿੱਚ ਕਹਿੰਦੀ ਹੈ ਕਿ ਫਿਰ ਉਹ ਮਾਂ ਜੀ ਦਾ ਪੁੱਤ ਕਹਿ ਲਿਆ ਕਰੇਗੀ। ਸੁਖਦੇਵ ਮਾਂ ਨੂੰ ਸਮਝਾਉਂਦਾ ਹੈ ਕਿ ਨਾਂ ਲੈਣ ਵਿੱਚ ਕੋਈ ਔਗੁਣ ਨਹੀਂ ਹੈ। ਪ੍ਰਸ਼ਨ ਨੰਬਰ 8, ਨਿਹਾਲ ਕੌਰ ਅਤੇ ਮਨਜੀਤ ਕੌਰ ਦਾ ਕਿਸ ਗੱਲ ਤੋਂ ਤਕਰਾਰ ਚੱਲ ਰਿਹਾ ਸੀ? ਜਾਂ ਨਿਹਾਲ ਕੌਰ ਮਨਜੀਤ ਨੂੰ ਸੁਖਦੇਵ ਦੇ ਦੂਜੇ ਵਿਆਹ ਦੀਆਂ ਧਮਕੀਆਂ ਕਿਉਂ ਦਿੰਦੀ ਹੈ? ਉੱਤਰ, ਨਿਹਾਲ ਕੌਰ ਆਪਣੇ ਪੁੱਤਰ ਸੁਖਦੇਵ ਦਾ ਦੂਜਾ ਵਿਆਹ ਕਰਾਉਣਾ ਚਾਹੁੰਦੀ ਹੈ। ਮਨਜੀਤ ਦੇ ਵਿਆਹ ਨੂੰ 2.5 ਸਾਲ ਹੋ ਚੁੱਕੇ ਹਨ, ਪਰ ਉਸਦੇ ਕੋਈ ਬੱਚਾ ਨਹੀਂ। ਨਿਹਾਲ ਕੌਰ ਸਮੇਂ-ਸਮੇਂ 'ਤੇ ਮਨਜੀਤ ਦੇ ਕੰਮਾਂ ਵਿੱਚ ਵੀ ਨੁਕਸ ਕੱਢਦੀ ਹੈ ਅਤੇ ਸੁਖਦੇਵ ਦੇ ਦੂਜੇ ਵਿਆਹ ਦਾ ਡਰ ਦਿੰਦੀ ਰਹਿੰਦੀ ਹੈ। ਸੁਖਦੇਵ ਮਨਜੀਤ ਨੂੰ ਦੱਸਦਾ ਹੈ ਕਿ ਇਸ ਵਿੱਚ ਵਿਚਾਰੀ ਮਾਂ ਦਾ ਕੋਈ ਕਸੂਰ ਨਹੀਂ ਹੈ, ਕਿਉਂਕਿ ਸਾਰੀ ਉਮਰ ਬਾਪੂ ਵੱਲੋਂ ਦੂਜਾ ਵਿਆਹ ਕਰਵਾ ਲੈਣ ਦੀਆਂ ਧਮਕੀਆਂ ਮਿਲਦੀਆਂ ਰਹੀਆਂ। ਅੰਤ ਗੁਰਦੀਪ ਸਿੰਘ ਦੂਜਾ ਵਿਆਹ ਕਰਵਾ ਵੀ ਲੈਂਦਾ ਹੈ। ਨਿਹਾਲ ਕੌਰ ਸਮਝਦੀ ਹੈ ਕਿ ਇਸਤਰੀ 'ਤੇ ਕਾਬੂ ਰੱਖਣ ਲਈ ਦੂਜੇ ਵਿਆਹ ਦੀ ਧਮਕੀ ਜ਼ਰੂਰੀ ਹੈ। ਸੁਖਦੇਵ ਦੱਸਦਾ ਹੈ ਕਿ ਮਾਂ ਨੂੰ ਪੋਤਾ ਪੋਤੀ ਨਾ ਹੋਣ ਦਾ ਵੀ ਮਨਜੀਤ 'ਤੇ ਰੋਸ ਹੈ। ਪ੍ਰਸ਼ਨ ਨੰਬਰ 9, ਨਿਹਾਲ ਕੌਰ ਵੱਲੋਂ ਆਪਣੇ ਮੁੰਡੇ ਦਾ ਦੂਜਾ ਵਿਆਹ ਕਰਵਾਉਣ ਬਾਰੇ ਕਹਿਣ 'ਤੇ ਮਨਜੀਤ ਕੌਰ ਕੀ ਜਵਾਬ ਦਿੰਦੀ ਹੈ? ਉੱਤਰ, ਜਦੋਂ ਨਿਹਾਲ ਕੌਰ ਆਪਣੇ ਮੁੰਡੇ ਦਾ ਦੂਜਾ ਵਿਆਹ ਕਰਵਾਉਣ ਬਾਰੇ ਕਹਿੰਦੀ ਹੈ ਤਾਂ ਅੱਗੋਂ ਮਨਜੀਤ ਕੌਰ ਕਹਿੰਦੀ ਹੈ ਕਿ ਉਹ ਕਿਸੇ ਥਾਣੇਦਾਰ ਦੀ ਧੀ ਲਿਆਈਓ ਜਿਹੜੀ ਨੌਕਰੀ ਨਾ ਟੁੱਟਣ ਦੇਵੇ। ਮੈਂ ਹੀ ਆਪਣੇ ਪਿਤਾ ਜੀ ਨੂੰ ਕਹਾ ਭੇਜਦੀ ਹਾਂ ਕਿ ਥਾਣੇਦਾਰੀ ਵਿੱਚ ਅਰਜ਼ੀ ਦੇਣ। ਫਿਰ ਜਦ ਮਨਜੀਤ ਦੇ ਪਤੀ ਸੁਖਦੇਵ ਦੇ ਸਾਹਮਣੇ ਦੂਜੇ ਵਿਆਹ ਦੀ ਗੱਲ ਹੁੰਦੀ ਹੈ ਤਾਂ ਮਨਜੀਤ ਕੌਰ ਮਖੌਲ ਨਾਲ ਕਹਿੰਦੀ ਹੈ ਕਿ ਮਾਂ ਜੀ ਨੂੰ ਮੇਰੀ ਸੇਵਾ ਬਹੁਤ ਪਸੰਦ ਹੈ, ਇਸ ਲਈ ਮੈਂ ਤਾਂ ਮਾਂ ਜੀ ਕੋਲ ਰਹਾਂਗੀ ਅਤੇ ਨਵੀਂ ਵਿਆਹੀ ਸੁਖਦੇਵ ਕੋਲ ਛਾਉਣੀ ਰਹੇਗੀ। ਅਗਲਾ ਪ੍ਰਸ਼ਨ ਹੈ ਸਾਡਾ, ਨਿਹਾਲ ਕੌਰ ਨੇ ਮਨਜੀਤ ਨੂੰ ਦੂਜੇ ਵਿਆਹ ਸੰਬੰਧੀ ਜਿਹੜੇ ਬੋਲ ਕਬੋਲ ਕਹੇ ਉਸ ਲਈ ਉਹ ਮੁਆਫੀ ਕਿਉਂ ਮੰਗਦੀ ਹੈ? ਉੱਤਰ, ਜਦ ਨਿਹਾਲ ਕੌਰ ਨੂੰ ਦੱਸਿਆ ਜਾਂਦਾ ਹੈ ਕਿ ਉਸਦਾ ਜਵਾਈ ਬਲਵੰਤ ਸਿੰਘ ਵੀ ਦੂਜਾ ਵਿਆਹ ਕਰਾਉਣਾ ਚਾਹੁੰਦਾ ਹੈ ਤਾਂ ਉਹ ਬਹੁਤ ਪਰੇਸ਼ਾਨ ਹੁੰਦੀ ਹੈ। ਇਸੇ ਲਈ ਉਹ ਮਨਜੀਤ ਨੂੰ ਕਹਿੰਦੀ ਹੈ ਕਿ ਉਹ ਉਸ ਨਾਲ ਜਿਹੜੀਆਂ ਦੂਜੇ ਵਿਆਹ ਦੀਆਂ ਗੱਲਾਂ ਕੀਤੀਆਂ ਹਨ, ਇਸ ਲਈ ਉਸਨੂੰ ਮੁਆਫ ਕਰ ਦਿੱਤਾ ਜਾਵੇ। ਨਿਹਾਲ ਕੌਰ ਕਹਿੰਦੀ ਹੈ ਕਿ ਉਹ ਤਾਂ ਪਹਿਲਾਂ ਹੀ ਦੂਜੇ ਵਿਆਹ ਦਾ ਦੁੱਖ ਭੋਗ ਚੁੱਕੀ ਹੈ। ਉਹ ਕਹਿੰਦੀ ਹੈ ਕਿ ਉਸਦੀ ਧੀ ਤੇ ਦੂਜੇ ਵਿਆਹ ਦੀ ਹੋਣੀ ਪਤਾ ਨਹੀਂ ਕਿਹੜੇ ਪਾਪ ਦਾ ਫਲ ਬਣ ਕੇ ਬੀਤੀ ਹੈ। ਉਹ ਮਨਜੀਤ ਨੂੰ ਕਹੇ ਬੋਲ ਕਬੋਲਾਂ ਲਈ ਵਾਹਿਗੁਰੂ ਤੇ ਮਨਜੀਤ ਤੋਂ ਮੁਆਫੀ ਮੰਗਦੀ ਹੈ। ਦੂਜਾ ਵਿਆਹ ਇਕਾਂਗੀ ਦੀ ਇਸਤਰੀ ਪਾਤਰ ਮਨਜੀਤ ਨਾਲ ਸੰਖੇਪ ਜਾਣ ਪਛਾਣ ਕਰਾਓ। ਉੱਤਰ, ਮਨਜੀਤ ਦੂਜਾ ਵਿਆਹ ਇਕਾਂਗੀ ਦੀ ਮੁੱਖ ਇਸਤਰੀ ਪਾਤਰ ਹੈ। ਉਹ ਸੁਖਦੇਵ ਦੀ ਪਤਨੀ ਅਤੇ ਨਿਹਾਲ ਕੌਰ ਤੇ ਗੁਰਦੀਪ ਸਿੰਘ ਦੀ ਨੂੰਹ ਸੀ ਹੈ। ਉਹ ਪੜ੍ਹੀ ਲਿਖੀ, ਅਗਾਂਹ ਵਧੂ ਵਿਚਾਰਾਂ ਵਾਲੀ ਹੈ, ਹਾਜ਼ਰ ਜਵਾਬ ਅਤੇ ਹਸਮੁਖ ਸੁਭਾਅ ਦੀ ਮਾਲਕ ਹੈ, ਜਿਵੇਂ ਕਿ ਇਕਾਂਗੀ ਵਿੱਚ ਦਿਖਾਇਆ ਹੀ ਗਿਆ ਹੈ। ਉਹ ਇੱਕ ਆਦਰਸ਼ ਪਤਨੀ ਅਤੇ ਸੁਚੱਜੀ ਨੂੰਹ ਵੀ ਹੈ। ਉਹ ਨਵੀਂ ਪੀੜ੍ਹੀ ਦੀ ਪ੍ਰਤੀਨਿਧਤਾ ਕਰਦੀ ਹੈ ਅਤੇ ਇਸਤਰੀ ਵਿੱਚ ਆਪਣੇ ਹੱਕਾਂ ਲਈ ਪੈਦਾ ਹੋ ਰਹੀ ਜਾਗਰਤੀ ਦੀ ਪ੍ਰਤੀਕ ਹੈ। ਉਹ ਆਪਣੀ ਸੂਝ-ਬੂਝ ਸਿਆਣਪ ਨਾਲ ਘਰ ਦਾ ਮਾਹੌਲ ਸੁਖਾਵਾਂ ਬਣਾਈ ਰੱਖਦੀ ਹੈ। ਉਸ ਦਾ ਦ੍ਰਿਸ਼ਟੀਕੋਣ ਸੁਧਾਰਵਾਦੀ ਹੈ। ਉਹ ਸਿਆਣਪ ਤੋਂ ਕੰਮ ਲੈ ਕੇ ਆਪਣੀ ਸੱਸ ਦੀਆਂ ਵਧੀਕੀਆਂ 'ਤੇ ਕਾਬੂ ਪਾ ਲੈਂਦੀ ਹੈ। ਉਹ ਆਪਣੇ ਉਦੇਸ਼ ਵਿੱਚ ਸਫਲ ਹੁੰਦੀ ਦਿਖਾਈ ਗਈ ਹੈ। ਉਸ ਤੋਂ ਬਾਅਦ ਸਾਡਾ ਜੋ ਅਗਲਾ ਪ੍ਰਸ਼ਨ ਹੈ ਉਹ ਹੈ, ਦੂਜਾ ਵਿਆਹ ਇਕਾਂਗੀ ਦੀ ਪਾਤਰ ਨਿਹਾਲ ਕੌਰ ਨਾਲ ਜਾਣ ਪਛਾਣ ਕਰਾਓ। ਉੱਤਰ, ਨਿਹਾਲ ਕੌਰ ਦੂਜਾ ਵਿਆਹ ਇਕਾਂਗੀ ਦੀ ਵਿਸ਼ੇਸ਼ ਇਸਤਰੀ ਪਾਤਰ ਹੈ। ਉਹ ਗੁਰਦੀਪ ਸਿੰਘ ਦੀ ਪਤਨੀ ਅਤੇ ਸੁਖਦੇਵ ਸਿੰਘ ਅਤੇ ਸੁਖਦੇਵ ਕੌਰ ਦੀ ਮਾਂ ਹੈ ਅਤੇ ਉਹ ਪੁਰਾਣੀ ਪੀੜ੍ਹੀ ਦੀ ਪ੍ਰਤੀਨਿਧਤਾ ਕਰਨ ਵਾਲੀ ਅਤੇ ਪਰੰਪਰਾਵਾਦੀ ਵਿਚਾਰਾਂ ਦੀ ਮਾਲਕ ਹੈ। ਉਸ ਦਾ ਦ੍ਰਿਸ਼ਟੀਕੋਣ ਪਿਛਾਂਹ ਖਿੱਚੂ ਹੈ। ਉਹ ਆਪਣੀ ਨੂੰਹ ਮਨਜੀਤ ਦੇ ਕੰਮਾਂ ਵਿੱਚ ਨੁਕਸ ਕੱਢਦੀ ਰਹਿੰਦੀ ਹੈ। ਉਸ ਨੂੰ ਤਾਨੇ ਮਿਹਣੇ ਮਾਰਦੀ ਹੈ ਅਤੇ ਆਪਣੇ ਪੁੱਤਰ ਦੇ ਦੂਜੇ ਵਿਆਹ ਦੇ ਡਰਾਵੇ ਵੀ ਦਿੰਦੀ ਹੈ। ਪਰ ਜਦ ਉਸ ਨੂੰ ਪਤਾ ਲੱਗਦਾ ਹੈ ਕਿ ਉਸਦਾ ਆਪਣਾ ਜਵਾਈ ਦੂਜਾ ਵਿਆਹ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਦੀ ਅਕਲ ਠਿਕਾਣੇ ਆਉਂਦੀ ਹੈ ਅਤੇ ਉਸ ਨੂੰ ਆਪਣੀਆਂ ਗਲਤੀਆਂ ਦਾ ਅਨੁਭਵ ਹੁੰਦਾ ਹੈ। ਪ੍ਰਸ਼ਨ ਨੰਬਰ 13, ਦੂਜਾ ਵਿਆਹ ਇਕਾਂਗੀ ਦੇ ਪਾਤਰ ਸੁਖਦੇਵ ਸਿੰਘ ਨਾਲ ਜਾਣ ਪਛਾਣ ਕਰਾਓ। ਸੁਖਦੇਵ ਸਿੰਘ ਜੋ ਕਿ ਮਨਜੀਤ ਦਾ ਪਤੀ ਹੈ।
ਉੱਤਰ ਸੁਖਦੇਵ ਸਿੰਘ ਦੂਜਾ ਵਿਆਹ ਇਕਾਂਗੀ ਦਾ ਵਿਸ਼ੇਸ਼ ਮਰਦ ਪਾਤਰ ਹੈ। ਉਹ ਨਿਹਾਲ ਕੌਰ ਅਤੇ ਗੁਰਦੀਪ ਸਿੰਘ ਦਾ ਪੁੱਤਰ, ਸੁਖਦੇਵ ਕੌਰ ਦਾ ਭਰਾ ਅਤੇ ਮਨਜੀਤ ਦਾ ਪਤੀ ਹੈ। ਉਹ ਇੱਕ ਫੌਜੀ ਹੈ ਅਤੇ ਨੌਜਵਾਨ ਪੀੜ੍ਹੀ ਦੀ ਪ੍ਰਤੀਨਿਧਤਾ ਕਰਦਾ ਹੈ। ਉਸ ਦਾ ਖਿਆਲ ਅਗਾਂਹ ਵਧੂ ਹਨ। ਉਸ ਅਨੁਸਾਰ ਇੱਕ ਪਤਨੀ ਵੱਲੋਂ ਪਤੀ ਦਾ ਨਾਂ ਲੈਣ ਵਿੱਚ ਕੋਈ ਔਗੁਣ ਨਹੀਂ ਹੈ। ਉਹ ਆਪਣੀ ਮਾਂ ਦੇ ਪਿੱਛਾਂ ਖਿੱਚੂ ਵਿਚਾਰਾਂ ਦਾ ਪੱਖ ਨਹੀਂ ਪੂਰਦਾ, ਸਗੋਂ ਮਨਜੀਤ ਦੇ ਆਧੁਨਿਕ ਖਿਆਲਾਂ ਦੀ ਹਾਮੀ ਭਰਦਾ ਹੈ। ਉਹ ਆਪਣੀ ਮਾਂ ਦੀ ਦੂਜਾ ਵਿਆਹ ਵਾਲੀ ਸੋਚ ਦੀ ਬੜੀ ਸੂਝ-ਬੂਝ ਨਾਲ ਬਦਲਣ ਵਿੱਚ ਸਫਲ ਹੋ ਜਾਂਦਾ ਹੈ। ਆਪਣੀ ਮਾਂ ਦੀ ਸੋਚ ਨੂੰ ਬਦਲਣ ਵਿੱਚ ਸਫਲ ਹੋ ਜਾਂਦਾ ਹੈ। ਉਹ ਮਾਤਾ ਪਿਤਾ ਦਾ ਸਤਿਕਾਰ ਕਰਦਾ ਹੈ ਅਤੇ ਭੈਣ ਦੀ ਆਈ ਚਿੱਠੀ ਪੜ੍ਹ ਕੇ ਪਰੇਸ਼ਾਨ ਹੁੰਦਾ ਹੈ। ਉਸ ਤੋਂ ਬਾਅਦ ਹੈ ਗੁਰਦੀਪ ਸਿੰਘ, ਜੋ ਕਿ ਬਾਪੂ ਜੀ ਹੈ, ਦੇ ਸੁਭਾਅ ਬਾਰੇ ਜਾਣਕਾਰੀ ਦਿਓ। ਉੱਤਰ ਗੁਰਦੀਪ ਸਿੰਘ ਦੂਜਾ ਵਿਆਹ ਇਕਾਂਗੀ ਦਾ ਵਿਸ਼ੇਸ਼ ਮਰਦ ਪਾਤਰ ਹੈ। ਉਹ ਨਿਹਾਲ ਕੌਰ ਦਾ ਪਤੀ, ਸੁਖਦੇਵ ਸਿੰਘ ਅਤੇ ਸੁਖਦੇਵ ਕੌਰ ਦਾ ਪਿਤਾ ਅਤੇ ਮਨਜੀਤ ਦਾ ਸਹੁਰਾ ਹੈ। ਉਹ ਸਾਬਕਾ ਫੌਜੀ ਹੈ, ਰਿਟਾਇਰਡ ਫੌਜੀ ਹੈ। 2 ਬੱਚਿਆਂ ਨੂੰ ਉਸਨੇ ਕਾਫੀ ਨਾ ਸਮਝਿਆ ਅਤੇ ਦੂਜਾ ਵਿਆਹ ਕਰਵਾ ਲਿਆ। ਉਹ ਆਪਣੀ ਨੂੰਹ ਤੋਂ ਘੁੰਡ ਨਹੀਂ ਕਢਵਾਉਂਦਾ ਅਤੇ ਉਸ ਨੂੰ ਆਪਣੀ ਧੀ ਵਾਂਗ ਹੀ ਸਮਝਦਾ ਹੈ। ਉਸ ਨੂੰ ਆਪਣੀ ਧੀ ਦਾ ਬਹੁਤ ਫਿਕਰ ਹੈ। ਜਦ ਉਸ ਨੂੰ ਬਲਵੰਤ ਸਿੰਘ ਦੇ ਦੂਜੇ ਵਿਆਹ ਵਾਲੀ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਕਹਿੰਦਾ ਹੈ ਕਿ ਉਹ ਆਪਣੀ ਧੀ ਨੂੰ ਆਪਣੇ ਕੋਲ ਲੈ ਆਏਗਾ। ਉਹ ਆਪਣੀ ਪਤਨੀ ਨਿਹਾਲ ਕੌਰ ਦਾ ਵੀ ਖਿਆਲ ਰੱਖਦਾ ਹੈ। ਸੁਖਦੇਵ ਕੌਰ ਦੇ ਪਰਿਵਾਰ ਬਾਰੇ ਜਾਣਕਾਰੀ ਦਿਓ। ਉੱਤਰ ਸੁਖਦੇਵ ਕੌਰ ਬਲਵੰਤ ਸਿੰਘ ਦੀ ਪਤਨੀ, ਨਿਹਾਲ ਕੌਰ ਅਤੇ ਗੁਰਦੀਪ ਸਿੰਘ ਦੀ ਧੀ, ਸੁਖਦੇਵ ਸਿੰਘ ਦੀ ਭੈਣ ਅਤੇ ਮਨਜੀਤ ਦੀ ਨਨਾਣ ਹੈ। ਉਸ ਦੀਆਂ 2 ਕੁੜੀਆਂ ਹਨ। ਉਸ ਦਾ ਪਤੀ ਸ਼ਰਾਬ ਪੀਂਦਾ ਹੈ, ਅੱਧੀ ਰਾਤ ਤੱਕ ਘਰ ਨਹੀਂ ਆਉਂਦਾ ਅਤੇ ਉਸ ਦੇ ਕੁਝ ਬੋਲਣ 'ਤੇ ਉਹ ਉਸ ਨੂੰ ਮਾਰਨ ਨੂੰ ਪੈਂਦਾ ਹੈ। ਸੁਖਦੇਵ ਕੌਰ ਦੇ ਕੋਈ ਪੁੱਤਰ ਨਾ ਹੋਣ ਕਾਰਨ ਉਸ ਦਾ ਪਤੀ ਦੂਜਾ ਵਿਆਹ ਕਰਵਾਉਣਾ ਚਾਹੁੰਦਾ ਹੈ। ਇਹ ਸੁਖਦੇਵ ਕੌਰ ਹੋਈ ਹੈ ਨਿਹਾਲ ਕੌਰ ਦੀ ਬੇਟੀ, ਗੁਰਦੀਪ ਸਿੰਘ ਦੀ ਧੀ, ਅਤੇ ਸੁਖਦੇਵ ਹੈ ਜੋ ਉਸਦੀ ਸੁਖਦੇਵ ਸਿੰਘ ਦੀ ਭੈਣ ਅਤੇ ਮਨਜੀਤ ਦੀ ਨਣਦ, ਅਤੇ ਬਲਵੰਤ ਸਿੰਘ ਹੈ ਜੋ ਉਸਦਾ ਪਤੀ ਹੈ। ਉਸ ਤੋਂ ਬਾਅਦ ਅੱਗੇ ਸੁਖਦੇਵ ਸਿੰਘ ਅਤੇ ਮਨਜੀਤ ਦੀ ਆਪਸੀ ਰਿਸ਼ਤੇ ਬਾਰੇ ਜਾਣਕਾਰੀ ਦਿਓ। ਉੱਤਰ ਸੁਖਦੇਵ ਸਿੰਘ ਅਤੇ ਮਨਜੀਤ ਦੂਜਾ ਵਿਆਹ ਇਕਾਂਗੀ ਦੇ ਮੁੱਖ ਪਾਤਰ ਹਨ। ਉਹ ਪਤੀ ਪਤਨੀ ਹਨ ਅਤੇ ਨਵੀਂ ਪੀੜ੍ਹੀ ਦੀ ਪ੍ਰਤੀਨਿਧਤਾ ਕਰਦੇ ਹਨ। ਉਹ ਦੋਵੇਂ ਹੀ ਆਧੁਨਿਕ ਖਿਆਲਾਂ ਦੇ ਮਾਲਿਕ ਹਨ। ਉਹ ਇੱਕ ਦੂਜੇ ਦਾ ਬਹੁਤ ਖਿਆਲ ਰੱਖਦੇ ਹਨ। ਆਪਣੀ ਪਤਨੀ ਮਨਜੀਤ ਵੱਲੋਂ ਉਸ ਦੇ ਨਾਂ ਲੈਣ ਵਿੱਚ ਉਸ ਨੂੰ ਕੋਈ ਬੁਰਾਈ ਨਹੀਂ ਲੱਗਦੀ। ਇਸ ਬਾਰੇ ਉਹ ਆਪਣੀ ਮਾਂ ਨੂੰ ਵੀ ਸਮਝਾਉਂਦਾ ਹੈ। ਜਦ ਉਸ ਦੀ ਮਾਂ ਮਨਜੀਤ ਨੂੰ ਦੂਜੇ ਵਿਆਹ ਦਾ ਡਰ ਦਿੰਦੀ ਹੈ ਤਾਂ ਉਹ ਦੋਵੇਂ, ਮਨਜੀਤ ਤੇ ਸੁਖਦੇਵ, ਬੜੀ ਸੂਝ ਤੋਂ ਬੂਝ ਤੋਂ ਕੰਮ ਲੈਂਦੇ ਹਨ ਅਤੇ ਮਾਂ ਨੂੰ ਸਿੱਖਿਆ ਦੇਣ ਵਿੱਚ ਸਫਲ ਹੋ ਜਾਂਦੇ ਹਨ। ਇੱਕ ਆਦਰਸ਼ ਪਤੀ ਪਤਨੀ ਦੇ ਰੂਪ ਵਿੱਚ ਉਹਨਾਂ ਦੀ ਭੂਮਿਕਾ ਸ਼ਲਾਘਾਯੋਗ ਹੈ। ਉਸ ਤੋਂ ਬਾਅਦ ਹੈ ਅੱਗੇ ਪ੍ਰਸ਼ਨ, ਇੱਕ ਪਤਨੀ ਅਤੇ ਨੂੰਹ ਦੇ ਰੂਪ ਵਿੱਚ ਮਨਜੀਤ ਕੌਰ ਦੀ ਭੂਮਿਕਾ ਬਾਰੇ ਬਿਆਨ ਕਰੋ ਜਾਂ ਵਿਚਾਰ ਕਰੋ। ਉੱਤਰ ਮਨਜੀਤ ਕੌਰ ਦੂਜਾ ਵਿਆਹ ਇਕਾਂਗੀ ਦੀ ਮੁੱਖ ਇਸਤਰੀ ਪਾਤਰ ਹੈ। ਉਹ ਇੱਕ ਆਦਰਸ਼ ਪਤਨੀ ਅਤੇ ਨੂੰਹ ਹੈ। ਉਹ ਆਪਣੇ ਪਤੀ ਦੀ ਖੁਸ਼ੀ ਦਾ ਪੂਰਾ ਖਿਆਲ ਰੱਖਦੀ ਹੈ। ਨਿਹਾਲ ਕੌਰ ਭਾਵੇਂ ਉਸ ਦੇ ਨੁਕਸ ਕੱਢਦੀ ਰਹਿੰਦੀ ਹੈ ਅਤੇ ਉਸ ਨੂੰ ਦੂਜੇ ਵਿਆਹ ਦਾ ਡਰ ਦਿੰਦੀ ਹੈ, ਪਰ ਆਪਣੇ ਪਤੀ ਦੀ ਖੁਸ਼ੀ ਲਈ ਉਹ ਫਿਰ ਵੀ ਉਸ ਦਾ ਸਤਿਕਾਰ ਕਰਦੀ ਹੈ। ਮਨਜੀਤ ਇੱਕ ਸੁਚੱਜੀ ਨੂੰਹ ਵੀ ਹੈ। ਨੂੰਹ ਦੇ ਰੂਪ ਵਿੱਚ ਉਹ ਘਰ ਦੀਆਂ ਜ਼ਿੰਮੇਵਾਰੀਆਂ ਸਫਲਤਾ ਨਾਲ ਨਿਭਾਉਂਦੀ ਹੈ। ਉਹ ਆਪਣੀ ਸੱਸ ਅਤੇ ਸਹੁਰੇ ਦਾ ਸਤਿਕਾਰ ਕਰਦੀ ਹੈ ਅਤੇ ਉਹਨਾਂ ਦਾ ਖਿਆਲ ਰੱਖਦੀ ਹੈ। ਪ੍ਰਸ਼ਨ ਨੰਬਰ 18, ਨਿਹਾਲ ਕੌਰ ਨੂੰ ਮਨਜੀਤ ਦੇ ਕਿਹੜੇ ਕੰਮ ਪਸੰਦ ਨਹੀਂ। ਉੱਤਰ ਨਿਹਾਲ ਕੌਰ ਨੂੰ ਮਨਜੀਤ ਦਾ ਕੋਈ ਵੀ ਕੰਮ ਪਸੰਦ ਨਹੀਂ ਆਉਂਦਾ। ਉਹ ਉਸਦੇ ਹਰ ਕੰਮ ਵਿੱਚ ਨੁਕਸ ਕੱਢਦੀ ਹੈ। ਸਬਜ਼ੀ ਕੱਟਦੀ ਹੈ ਤਾਂ ਉਹ ਕਹਿੰਦੀ ਹੈ ਸਬਜ਼ੀ ਮੋਟੀ ਕੱਟਦੀ ਹੈ। ਰੋਟੀ ਟੁੱਕ ਵਿੱਚ ਵੀ ਨੁਕਸ ਕਰਦੀ ਹੈ ਅਤੇ ਸਬਜ਼ੀ ਨੂੰ ਕਹਿੰਦੀ ਹੈ ਵੱਡੀ ਕੱਟਦੀ ਹੈ। ਉਹ ਤੇਜ਼ ਅੱਗ ਬਾਲ ਕੇ ਸਬਜ਼ੀ ਬਣਾਉਂਦੀ ਹੈ, ਜਿਸ ਵਿੱਚ ਜੋ ਸਬਜ਼ੀ ਹੈ ਉਹ ਅੱਧ ਰਿੱਝੀ ਰਹਿ ਜਾਂਦੀ ਹੈ। ਅਤੇ ਨਿਹਾਲ ਕੌਰ ਨੂੰ ਨਾ ਤਾਂ ਮਨਜੀਤ ਦਾ ਇਸਤਰੀ ਸਭਾ ਦੀ ਮੈਂਬਰ ਬਣਨਾ ਪਸੰਦ ਹੈ ਅਤੇ ਨਾ ਹੀ ਉਸਦਾ ਆਪਣੇ ਪਤੀ ਦਾ ਨਾਂ ਲੈਣਾ। ਉਹ ਮਨਜੀਤ ਦੀ ਗੁਆਂਢਣ ਕੋਲ ਜਾਣਾ ਵੀ ਪਸੰਦ ਨਹੀਂ ਕਰਦੀ। ਮਨਜੀਤ ਪੜੋਸਣ ਕੋਲ ਜਾਂਦੀ ਹੈ ਗੁਆਂਢਣ ਕੋਲ, ਉਸ ਕੋਲ ਜਾਣਾ ਵੀ ਉਹ ਉਸਦਾ ਪਸੰਦ ਨਹੀਂ ਕਰਦੀ। ਸਾਡਾ ਅਗਲਾ ਪ੍ਰਸ਼ਨ ਹੈ, ਦੂਜਾ ਵਿਆਹ ਇਕਾਂਗੀ ਵਿੱਚ ਇੱਕ ਇਸਤਰੀ ਸਭਾ ਵਿੱਚ ਲੋਕ ਇਸਤਰੀ ਸਭਾ ਦੀ ਕੀ ਭੂਮਿਕਾ ਦਰਸਾਈ ਗਈ ਹੈ। ਉੱਤਰ ਦੂਜਾ ਵਿਆਹ ਇਕਾਂਗੀ ਵਿੱਚ ਲੋਕ ਇਸਤਰੀ ਸਭਾ ਦੀ ਵਿਸ਼ੇਸ਼ ਭੂਮਿਕਾ ਦਰਸਾਈ ਗਈ ਹੈ। ਇਸ ਸਭਾ ਦੀਆਂ ਜ਼ਿਲ੍ਹੇ ਅਤੇ ਪਿੰਡ ਵਿੱਚ ਸ਼ਾਖਾਵਾਂ ਬਣ ਰਹੀਆਂ ਹਨ। ਇਸ ਸਭਾ ਨੇ ਇਸਤਰੀਆਂ ਨੂੰ ਆਪਣੇ ਦੁੱਖਾਂ ਤੋਂ ਮੁਕਤੀ ਅਤੇ ਹੱਕਾਂ ਦੀ ਰਾਖੀ ਲਈ ਜਥੇਬੰਦ ਮਤਲਬ ਇਕੱਠੇ ਕੀਤਾ। ਮਨਜੀਤ ਅਤੇ ਉਸ ਦੀ ਗੁਆਂਢਣ ਇਸੇ ਸਭਾ ਦੀਆਂ ਮੈਂਬਰ ਹਨ।
ਅਤੇ ਇਸ ਦੀਆਂ ਸਰਗਰਮੀਆਂ ਵਿੱਚ ਹਿੱਸਾ ਲੈਂਦੀਆਂ ਹਨ। ਮਨਜੀਤ ਦੱਸਦੀ ਹੈ ਕਿ ਸੁਖਦੇਵ ਕੌਰ ਦੇ ਪਿੰਡ ਇਸ ਇਸਤਰੀ ਸਭਾ ਦੀ ਸ਼ਾਖਾ ਹੈ ਅਤੇ ਇਹ ਸਭਾ ਬਲਵੰਤ ਸਿੰਘ ਨੂੰ ਜਲਦੀ ਹੀ ਸਿੱਧੇ ਰਾਹ 'ਤੇ ਲੈ ਆਵੇਗੀ। ਇਸ ਤਰ੍ਹਾਂ ਦੂਜਾ ਵਿਆਹ ਇਕਾਂਗੀ ਵਿੱਚ ਲੋਕ ਇਸਤਰੀ ਸਭਾ ਦੀ ਵਿਸ਼ੇਸ਼ ਭੂਮਿਕਾ ਦਰਸਾਈ ਗਈ ਹੈ। ਦੂਜਾ ਵਿਆਹ ਇਕਾਂਗੀ ਤੋਂ ਮਿਲਦੀ ਸਿੱਖਿਆ ਬਾਰੇ ਜਾਣਕਾਰੀ ਦਿਓ। ਉੱਤਰ, ਦੂਜਾ ਵਿਆਹ ਇਕਾਂਗੀ ਮੂਲ ਰੂਪ ਵਿੱਚ ਸਿੱਖਿਆਦਾਇਕ ਹੈ। ਇਸ ਇਕਾਂਗੀ ਵਿੱਚ ਦੂਜੇ ਵਿਆਹ ਦੀ ਸਮਾਜਿਕ ਸਮੱਸਿਆ ਨੂੰ ਪੇਸ਼ ਕਰਕੇ ਮੂਲ ਰੂਪ ਵਿੱਚ ਸਾਨੂੰ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਸਾਨੂੰ ਅਜਿਹੀਆਂ ਸਮਾਜਿਕ ਬੁਰਾਈਆਂ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ। ਇਸ ਇਕਾਂਗੀ ਤੋਂ ਸਾਨੂੰ ਸਹਿਣਸ਼ੀਲਤਾ, ਪਿਆਰ, ਸੂਝ-ਬੂਝ ਤੋਂ ਕੰਮ ਲੈਣ, ਅਗਾਂਹ ਵਧੂ ਵਿਚਾਰਾਂ ਨੂੰ ਅਪਣਾਉਣ ਅਤੇ ਘਰ ਦੇ ਮਾਹੌਲ ਨੂੰ ਸੁਖਾਵਾਂ ਬਣਾਉਣ ਦੀ ਸਿੱਖਿਆ ਮਿਲਦੀ ਹੈ। ਅਤੇ ਇਕਾਂਗੀਕਾਰ ਕਹਿਣਾ ਚਾਹੁੰਦਾ ਹੈ ਕਿ ਸਾਨੂੰ ਬਿਨਾਂ ਕਿਸੇ ਕਾਰਨ ਦੇ ਦੂਸਰੇ ਦੇ ਕੰਮਾਂ ਵਿੱਚ ਨੁਕਸ ਨਹੀਂ ਕੱਢਣੇ ਚਾਹੀਦੇ ਅਤੇ ਨੂੰਹਾਂ ਨੂੰ ਵੀ ਧੀਆਂ ਵਾਂਗ ਹੀ ਸਮਝਣਾ ਚਾਹੀਦਾ ਹੈ। ਇਕਾਂਗੀ ਇਹ ਵੀ ਸਿੱਖਿਆ ਦੇਣਾ ਚਾਹੁੰਦੀ ਹੈ ਕਿ ਸਮੇਂ ਨਾਲ ਬਦਲਣਾ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਸਾਡਾ ਅਗਲਾ ਪ੍ਰਸ਼ਨ ਹੈ, ਕੀ ਦੂਜਾ ਵਿਆਹ ਇਕਾਂਗੀ ਰੰਗਮੰਚ ਪੱਖੋਂ ਸਫਲ ਹੈ? ਉੱਤਰ, ਦੂਜਾ ਵਿਆਹ ਇਕਾਂਗੀ ਰੰਗਮੰਚ ਦੇ ਪੱਖੋਂ ਬਹੁਤ ਸਫਲ ਹੈ। ਉਹ ਬਹੁਤ ਸਾਰਾ ਵਾਰ ਸਕੂਲਾਂ, ਕਾਲਜਾਂ ਅਤੇ ਇਸਤਰੀ ਸਭਾਵਾਂ ਦੀਆਂ ਸਟੇਜਾਂ 'ਤੇ ਸਫਲਤਾ ਨਾਲ ਖੇਡਿਆ ਜਾ ਚੁੱਕਾ ਹੈ ਅਤੇ ਇਕਾਂਗੀਕਾਰ ਇਸ ਇਕਾਂਗੀ ਵਿੱਚ ਨਾਟਕੀ ਗੁਣ ਪੈਦਾ ਕਰਨ ਵਿੱਚ ਸਫਲ ਰਿਹਾ ਹੈ। ਬੱਝਵਾਂ ਪ੍ਰਭਾਵ, ਹਾਸ ਰਸ, ਪ੍ਰਭਾਵਸ਼ਾਲੀ ਅਤੇ ਦਿਲਚਸਪ ਵਾਰਤਾਲਾਪ ਅਤੇ ਸਫਲ ਪਾਤਰ ਉਸਾਰੀ ਇਸ ਇਕਾਂਗੀ ਨੂੰ ਰੰਗਮੰਚ ਦੇ ਪੱਖੋਂ ਸਫਲ ਬਣਾਉਂਦੇ ਹਨ। ਤਾਂ ਪਿਆਰੇ ਬੱਚਿਓ, ਇਹ ਸੀ ਤੁਹਾਡੇ ਜੋ ਦੂਜਾ ਵਿਆਹ ਇਕਾਂਗੀ ਹੈ ਉਸਦੇ 50 ਤੋਂ 60 ਸ਼ਬਦਾਂ ਵਾਲੇ ਪ੍ਰਸ਼ਨ ਉੱਤਰ। ਅਤੇ ਵੀਡੀਓ ਨੂੰ ਲਾਈਕ ਕਰ ਦੇਣਾ, ਸ਼ੇਅਰ ਕਰ ਦੇਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਅਤੇ ਇਸ ਦੀ ਜੋ ਕੁਐਸਚਨ ਹੈ ਉਹਨਾਂ ਦੀ PDF ਮੈਂ ਡਿਸਕ੍ਰਿਪਸ਼ਨ ਵਿੱਚ ਦੇ ਦਿਆਂਗੀ, ਉੱਥੇ ਜਾ ਕੇ ਤੁਸੀਂ ਲੈ ਸਕਦੇ ਹੋ।